ਤਾਂ ਮਦਨ ਲਾਲ ਜਲਾਲਪੁਰ ਜੀ ਨੇ ਜਿਸ ਤਰ੍ਹਾਂ ਮਤਲਬ ਕਿ ਇੱਥੇ ਮਾਈਨਿੰਗ ਦੇ ਕੰਮ ਹੋਰ ਵੀ ਜੋ ਸਾਰਾ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਹੋਇਆ, ਤੇ ਉਹ ਸਾਰੀਆਂ ਗੱਲਾਂ ਜੋ ਇੱਕ ਵਿਰੋਧੀ ਧਿਰ ਦੇ ਨੇਤਾ ਨੂੰ ਗੱਲਾਂ ਉਠਾਉਣੀਆਂ ਚਾਹੀਦੀਆਂ ਸੀ, ਉਹ ਗੱਲਾਂ ਕੋਈ ਇਹੋ ਜਿਹੀਆਂ ਨਹੀਂ ਉਠਾਈਆਂ। ਤੇ ਮਤਲਬ ਕਿ ਬੀਬੀ ਮੁਖਮੇਲਪੁਰ ਜੀ ਨੇ ਤਾਂ ਸਾਰੇ ਵਰਕਰ ਹੀ ਲਾ ਲਓ ਵੀ ਖੁੰਝੇ ਲਾਉਣ ਵਾਲਾ ਕੰਮ ਕਰਤਾ ਸੀ, ਵੀ ਬਹੁਤ ਵਰਕਰ ਟੁੱਟ ਗਏ ਉਹਨਾਂ ਤੋਂ। ਤੇ ਉਸ ਤੋਂ ਬਾਅਦ ਹਲਕਾ ਇੱਕ ਲਵਾਰਸ ਹੋ ਗਿਆ, ਕਿਉਂਕਿ ਮਦਨ ਲਾਲ ਜਲਾਲਪੁਰ ਜੀ ਇੱਥੋਂ ਜਿੱਤ ਚੁੱਕੇ ਤਾਂ ਸਰਕਾਰ ਕਾਂਗਰਸ ਦੀ ਬਣ ਗਈ। ਵੀ ਜੇ ਸਾਨੂੰ ਜਿਹੜਾ ਦਮਦਾਰ ਕੋਈ ਲੀਡਰ ਨਹੀਂ ਮਿਲ ਸਕਿਆ, ਕਿਉਂਕਿ ਜਿਹੜੇ ਵਿਰੋਧੀ ਬੰਦੇ ਸੀ ਕਾਂਗਰਸ ਦੇ, ਉਹਨਾਂ ਨਾਲ ਟੱਕਰ ਲੈਣ ਵਾਸਤੇ ਜਾਂ ਉਹਨਾਂ ਦੇ ਗੱਲਾਂ ਦਾ ਸਾਹਮਣਾ ਕਰਨ ਵਾਸਤੇ, ਲੋਕਾਂ ਦੀ ਹੱਕ ਦੀ ਆਵਾਜ਼, ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਕੋਈ ਇਹੋ ਜਿਹੇ ਲੀਡਰ ਦੀ ਲੋੜ ਸੀ। ਵਿਧਾਨ ਸਭਾ 'ਚ ਅਸੀਂ ਖੁਦ ਆਪ ਵੀ ਮਤਲਬ ਕਿ ਹੈਰਾਨ ਸੀ, ਬਹੁਤ ਵੱਡੀ ਪੰਜਾਬ 'ਚ ਸਾਡੀ ਰੂਰਲ ਹਲਕੇ 'ਚੋਂ ਪਹਿਲੇ ਨੰਬਰ 'ਤੇ ਸਾਡੀ ਹਾਰ ਹੋਈ, 37,500 ਵੋਟਾਂ 'ਤੇ ਅਸੀਂ ਹਾਰੇ। ਪਰ ਰਾਜਨੀਤੀ ਤੌਰ 'ਤੇ ਜਦੋਂ ਦੇਖਿਆ ਗਿਆ ਤਾਂ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਜਿੱਥੇ ਸਾਨੂੰ ਬਹੁਤ ਨਮੋਸ਼ੀ ਝੱਲਣੀ ਪਈ। ਕੀ ਮੰਨੀਏ ਵੀ ਮਤਲਬ ਫਿਰ ਮੁਖਮੈਲਪੁਰ ਪਰਿਵਾਰ ਕਾਬਲ ਨਹੀਂ ਰਿਹਾ ਹੁਣ ਸਿਆਸਤ ਦੇ, ਨਹੀਂ ਕਰ ਸਕਦਾ ਕਿ ਸਾਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗਾ ਹੀ ਉਮੀਦਵਾਰ ਚਾਹੀਦਾ ਜੋ ਕਿ ਮਦਨ ਲਾਲ ਨੂੰ ਟੱਕਰ ਦੇ ਸਕਦਾ। ਫਿਰ ਇਹ ਗੱਲ ਨਹੀਂ ਹੋ ਜੂਗੀ ਕਿ ਬੇਟਾ ਸਨੌਰ ਤੋਂ ਤੇ ਬਾਪੂ ਘਨੌਰ ਤੋਂ, ਫਿਰ ਤਾਂ ਇਹੀ ਗੱਲ ਹੈ। ਪਰ ਗੱਲ ਇਹ ਆ ਵੀ ਬੀਬੀ ਮੁਖਮੇਲਪੁਰ ਜੀ ਆਪਣਾ ਜਿਹੜਾ ਵਿਸ਼ਵਾਸ ਹੈ ਵਰਕਰਾਂ 'ਚ ਖੋ ਚੁੱਕੇ ਨੇ। ਤਾਂ ਉੱਥੇ ਜਦੋਂ ਜ਼ਮੀਨ ਅਕਵਾਇਰ ਹੋਈ ਤਾਂ ਕੁਝ ਵਰਕਰਾਂ ਦੇ ਅਕਾਲੀ ਦਲ ਦੇ 'ਤੇ ਪਰਚਾ ਹੋਇਆ ਤਾਂ ਉਹਨਾਂ ਨੂੰ ਪੁਲਿਸ ਘਰੋਂ ਚੱਕ ਕੇ ਲੈ ਗਈ। ਅਸੀਂ ਥਾਣੇ ਗਏ, 100-150 ਬੰਦੇ ਦਾ ਉੱਥੇ ਇਕੱਠ ਹੋ ਗਿਆ। ਇਹ ਕਿਸੇ ਦੀ ਸੁਣੀ ਗੱਲ ਨਹੀਂ, ਅਸੀਂ ਆਪ ਫੋਨ ਕੀਤਾ ਵੀ ਬੀਬੀ ਜੀ ਉੱਥੇ ਇੱਦਾਂ ਥਾਣੇ 'ਚ ਆਓ, ਆਪਾਂ ਜਾਂ ਰੋਡ ਜਾਮ ਕਰੀਏ ਮੇਨ, ਜਾਂ ਗੰਡਾ ਖੇੜੀ ਧਰਨਾ ਲਾਈਏ ਆਪਾਂ ਥਾਣੇ 'ਚ, ਤਾਂ ਤੁਸੀਂ ਆਓ। ਉਹ ਕਹਿੰਦੇ ਵੀ ਮੈਂ ਨਹੀਂ ਆ ਸਕਦੀ। ਸੈਂਟੀ ਕੋਈ ਮਤਲਬ ਕਿ ਸਮਝੌਤਾ ਲਾ ਲਓ ਵੀ ਮਦਨ ਲਾਲ ਨਾਲ ਉਹਦੀ ਜਿੱਤ ਤੋਂ ਬਾਅਦ ਹੋਇਆ, ਜੋ ਸਾਨੂੰ ਮਦਨ ਲਾਲ ਜਲਾਲਪੁਰ ਦੇ ਹੀ ਮੂੰਹ ਤੋਂ ਸੁਣਿਆ ਸੀ। ਤੁਸੀਂ ਦਾਅਵੇ ਕਰ ਰਹੇ ਹੋ ਕਿ ਕੁਰਸੀਆਂ ਛੱਡੀਆਂ, ਕੇਂਦਰੀ ਮੰਤਰੀ ਦੀ ਕੁਰਸੀ ਛੱਡੀ ਹਰਸਿਮਰਤ ਕੌਰ ਬਾਦਲ ਨੇ, ਬਾਦਲ ਸਾਹਿਬ ਨੇ ਵੀ ਬੀਜੇਪੀ ਨਾਲ ਰਿਸ਼ਤਾ ਤੋੜ ਲਿਆ। ਕਿਸਾਨ ਫਿਰ ਕਿਉਂ ਨਹੀਂ ਸਮਝ ਰਹੇ? ਤੁਸੀਂ, ਤੁਹਾਡੀ ਪਾਰਟੀ ਕਿਸਾਨਾਂ ਨੂੰ ਵਿਸ਼ਵਾਸ ਕਿਉਂ ਨਹੀਂ ਦਿਵਾ ਪਾ ਰਹੀ? ਅਕਾਲੀ ਦਲ ਨਾਲ ਜ਼ਿਆਦਾ ਜੁੜੇ ਹੋਏ ਕਿਸਾਨ ਨੇ, ਹਰ ਲੀਡਰ ਕਿਸਾਨ ਹੈ, ਹਰ ਵਰਕਰ ਕਿਸਾਨ ਹੈ ਜਿਹੜਾ ਅਕਾਲੀ ਦਲ ਨਾਲ ਜੁੜਿਆ ਹੋਇਆ। ਆ ਰਾਜਪੁਰੇ ਪਰਸੋਂ 'ਚ ਉੱਥੇ ਜਿਹੜਾ ਵਿਰੋਧ ਹੋਇਆ, ਜਿਹੜੇ ਵੀ ਉਹਦੇ ਬੰਦੇ ਸੀ ਉਹ ਜ਼ਿਆਦਾ ਕਾਂਗਰਸ ਵਾਲੇ ਸੀ ਜਾਂ ਆਮ ਆਦਮੀ ਨਾਲ ਸੰਬੰਧਿਤ ਸੀ। ਜਿੱਦਣ ਐਲਾਨ ਹੋ ਜਾਂਦਾ ਅਕਾਲੀ ਦਲ ਦੇ ਤਾਂ ਖੁਸ਼ੀ ਹੈ ਹੀ ਹੈ, ਕਾਂਗਰਸ ਵਾਲਿਆਂ ਨੂੰ ਉਸ ਤੋਂ ਵੱਧ ਖੁਸ਼ੀ ਆ, ਵੱਡੇ ਕਾਂਗਰਸੀ ਸਾਡੇ 'ਚ ਸ਼ਾਮਲ ਹੋਣਗੇ। ਆਉਂਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੌਵਰਿੰਦਰ ਸਿੰਘ ਤੇ ਆਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ ਤੇ 117 ਸੀਟਾਂ ਦੀ ਜੇਕਰ ਗੱਲ ਕਰੀਏ ਤਾਂ 20 ਸੀਟਾਂ ਬਸਪਾ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਬਾਕੀ ਬਚਦੀਆਂ ਸੀਟਾਂ ਦੇ ਵਿੱਚੋਂ 78 ਸੀਟਾਂ ਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਤੇ ਜਿਹੜੀਆਂ ਬਾਕੀ 19-20 ਦੇ ਕਰੀਬ ਜਿਹੜੀਆਂ ਸੀਟਾਂ ਬਾਕੀ ਬਚਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਹਲਕੇ ਐਸੇ ਨੇ ਕਿ ਜਿੱਥੇ ਵਿਵਾਦ ਹੋ ਰਿਹਾ, ਜਾਂ ਇਹ ਕਹਿ ਲਈਏ ਕਿ ਪੁਰਾਣੇ ਹਲਕਾ ਇੰਚਾਰਜ ਦੀ ਥਾਂ ਤੇ ਕਿਸੇ ਹੋਰ ਆਗੂ ਨੂੰ ਟਿਕਟ ਮਿਲਣ ਦੀਆਂ ਗੱਲਾਂ ਹੋ ਰਹੀਆਂ ਨੇ। ਇਹਨਾਂ ਦੇ ਵਿੱਚੋਂ ਇੱਕ ਹਲਕਾ ਪਟਿਆਲਾ ਜ਼ਿਲ੍ਹੇ ਦਾ ਘਨੌਰ ਹਲਕਾ ਵੀ ਹੈ, ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਵਿਧਾਇਕ ਵੀ ਨੇ। ਪਰ ਘਨੌਰ ਹਲਕੇ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀਆਂ ਗਤੀਵਿਧੀਆਂ ਪਿਛਲੇ ਲੰਮੇ ਸਮੇਂ ਤੋਂ ਦੇਖੀਆਂ ਜਾ ਰਹੀਆਂ ਨੇ ਤੇ ਪਾਰਟੀ ਦੇ ਅੰਦਰੋਂ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਘਨੌਰ ਹਲਕੇ ਤੋਂ ਹੀ ਇਸ ਵਾਰ ਪਾਰਟੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦੇਣ ਜਾ ਰਹੀ ਹੈ ਤੇ ਉਧਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵੀ ਲਗਾਤਾਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਨੇ। ਪਰ ਹਜੇ ਦੇਖਣਾ ਹੋਏਗਾ ਕਿ ਪਾਰਟੀ ਕਿਸ ਆਗੂ ਨੂੰ ਟਿਕਟ ਦਿੰਦੀ ਹੈ ਤੇ ਇਸੇ ਦੇ ਦੌਰਾਨ ਕਿਸੇ ਸਮੇਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਸੱਜੀ ਬਾਂਹ ਰਹੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸ਼ੇਖੂਪੁਰ ਦਾ ਵੀ ਦਾਅਵਾ ਹੈ ਕਿ ਘਨੌਰ ਹਲਕੇ ਤੋਂ ਇਸ ਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹੀ ਟਿਕਟ ਮਿਲੇਗੀ ਤੇ ਮਿਲਣੀ ਚਾਹੀਦੀ ਹੈ ਤੇ ਜਿੱਤ ਵੀ ਦਰਜ ਕਰਨਗੇ। ਤੇ ਅੱਜ ਸਾਡੇ ਨਾਲ ਖੁਦ ਭੁਪਿੰਦਰ ਸਿੰਘ ਸ਼ੇਖੂਪੁਰ ਮੌਜੂਦ ਨੇ। ਭੁਪਿੰਦਰ ਜੀ, ਤੁਹਾਨੂੰ ਕਿਉਂ ਲੱਗਦਾ ਹੈ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਘਨੌਰ ਹਲਕੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਕੱਲੇ ਨੂੰ ਨਹੀਂ ਲੱਗਦਾ,
ਜਿੰਨੇ ਵੀ ਮਤਲਬ ਕਿ ਹਲਕਾ ਘਨੌਰ ਦੇ ਪੁਰਾਣੇ ਪਰਿਵਾਰ, ਟਕਸਾਲੀ ਪਰਿਵਾਰ ਜਿੰਨੇ ਵੀ ਨੇ, ਜੋ ਪਾਰਟੀ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ, ਜਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੀ ਸਮਕਾਲੀ ਨੇ, ਉਹਨਾਂ ਦੇ ਅੱਗੇ ਵੀ ਪਰਿਵਾਰ ਨੇ, ਉਹ ਸਾਰੇ ਮਤਲਬ ਕਿ ਇਸ ਚੀਜ਼ ਦੀ ਕਾਫੀ ਚਿਰ ਤੋਂ, ਕਿਉਂਕਿ ਸਾਡੇ ਹਲਕੇ 'ਚ ਪਹਿਲਾਂ ਮਰਹੂਮ ਨੇਤਾ ਜਥੇਦਾਰ ਆਪਣਾ ਸਰਦਾਰ ਜਸਦੇਵ ਸਿੰਘ ਸੰਧੂ ਰਹੇ ਨੇ, ਤੇ ਉਹ ਕਾਫੀ ਵਾਰ ਇੱਥੋਂ ਜਿੱਤੇ ਨੇ, ਮੰਤਰੀ ਵੀ ਰਹੇ ਨੇ, ਤੇ ਉਹਨਾਂ ਤੋਂ ਬਾਅਦ ਘਨੌਰ ਨੂੰ ਕੋਈ ਅਕਾਲੀ ਦਲ ਦਾ ਇਹੋ ਜਿਹਾ ਲੀਡਰ ਨਹੀਂ ਮਿਲ ਸਕਿਆ ਵੀ ਜਿਹਨੂੰ ਮਤਲਬ ਕਿ ਜਿਹੜਾ ਲੋਕਾਂ ਨਾਲ ਜੁੜਿਆ ਹੋਇਆ ਹੋਵੇ। ਬੇਸ਼ੱਕ ਉਸ ਤੋਂ ਬਾਅਦ ਆਪਣਾ ਸਰਦਾਰ ਅਜੈ, ਉਹਨਾਂ ਦੀ ਟਿਕਟ ਕੱਟ ਦਿੱਤੀ ਸੀ 1997 'ਚ। ਸਰਦਾਰ ਅਜੈਬ ਸਿੰਘ ਜੀ ਮਖਮੇਲਪੁਰ ਇੱਥੋਂ ਵਿਧਾਇਕ ਬਣੇ, ਉਹਨਾਂ ਨੂੰ ਟਿਕਟ ਮਿਲ ਗਈ ਸੀ। ਪਰ ਲੋਕਾਂ ਦੀ ਜਿਹੜੀ ਇੱਕ ਗੱਲ ਸੀ ਵੀ ਜੇ ਸਾਨੂੰ ਜਿਹੜਾ ਦਮਦਾਰ ਕੋਈ ਲੀਡਰ ਨਹੀਂ ਮਿਲ ਸਕਿਆ, ਕਿਉਂਕਿ ਜਿਹੜੇ ਵਿਰੋਧੀ ਬੰਦੇ ਸੀ ਕਾਂਗਰਸ ਦੇ, ਉਹਨਾਂ ਨਾਲ ਟੱਕਰ ਲੈਣ ਵਾਸਤੇ ਜਾਂ ਉਹਨਾਂ ਦੇ ਗੱਲਾਂ ਦਾ ਸਾਹਮਣਾ ਕਰਨ ਵਾਸਤੇ, ਲੋਕਾਂ ਦੀ ਹੱਕ ਦੀ ਆਵਾਜ਼, ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਕੋਈ ਇਹੋ ਜਿਹੇ ਲੀਡਰ ਦੀ ਲੋੜ ਸੀ। ਤਾਂ ਬਹੁਤ ਚਿਰ ਤੋਂ ਜਦੋਂ ਲੋਕਾਂ 'ਚ ਨਮੋਸ਼ੀ ਸੀ, ਕਿਉਂਕਿ 2017 'ਚ ਜਦੋਂ ਵਿਧਾਨ ਸਭਾ 'ਚ ਅਸੀਂ ਖੁਦ ਆਪ ਵੀ ਮਤਲਬ ਕਿ ਹੈਰਾਨ ਸੀ, ਬਹੁਤ ਵੱਡੀ ਪੰਜਾਬ 'ਚ ਸਾਡੀ ਰੂਰਲ ਹਲਕੇ 'ਚੋਂ ਪਹਿਲੇ ਨੰਬਰ ਤੇ ਸਾਡੀ ਹਾਰ ਹੋਈ, 37,500 ਵੋਟਾਂ ਤੇ ਅਸੀਂ ਹਾਰੇ, ਬੜੀ ਸਾਨੂੰ ਨਮੋਸ਼ੀ ਹੋਈ। ਤੇ ਉਸ ਤੋਂ ਬਾਅਦ ਹਲਕਾ ਇੱਕ ਲਵਾਰਸ ਹੋ ਗਿਆ, ਕਿਉਂਕਿ ਮਦਨ ਲਾਲ ਜਲਾਲਪੁਰ ਜੀ ਇੱਥੋਂ ਜਿੱਤ ਚੁੱਕੇ ਤੇ ਕਾਫੀ ਮਾਰਜਨ ਨਾਲ ਜਿੱਤੇ ਸੀ, ਤਾਂ ਸਰਕਾਰ ਕਾਂਗਰਸ ਦੀ ਬਣ ਗਈ। ਤਾਂ ਮਦਨ ਲਾਲ ਜਲਾਲਪੁਰ ਜੀ ਨੇ ਜਿਸ ਤਰ੍ਹਾਂ ਮਤਲਬ ਕਿ ਇੱਥੇ ਮਾਈਨਿੰਗ ਦੇ ਕੰਮ, ਹੋਰ ਵੀ ਜੋ ਸਾਰਾ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਛ ਹੋਇਆ, ਤੇ ਉਹ ਸਾਰੀਆਂ ਗੱਲਾਂ ਜੋ ਇੱਕ ਵਿਰੋਧੀ ਧਿਰ ਦੇ ਨੇਤਾ ਨੂੰ ਗੱਲਾਂ ਉਠਾਉਣੀਆਂ ਚਾਹੀਦੀਆਂ ਸੀ, ਉਹ ਗੱਲਾਂ ਕੋਈ ਇਹੋ ਜਿਹੀਆਂ ਨਹੀਂ ਉਠਾਈਆਂ, ਨਾ ਕਿਸੇ ਵਰਕਰ ਦੀ ਬਾਂਹ ਫੜੀ ਗਈ। ਵਰਕਰਾਂ 'ਚ ਬਹੁਤ ਜ਼ਿਆਦਾ ਨਮੋਸ਼ੀ ਸੀ, ਤੇ ਮਤਲਬ ਕਿ ਬੀਬੀ ਮਖਮੇਲਪੁਰ ਜੀ ਨੇ ਤਾਂ ਸਾਰੇ ਵਰਕਰ ਹੀ ਲਾ ਲਓ ਵੀ ਖੁੰਝੇ ਲਾਉਣ ਵਾਲਾ ਕੰਮ ਕਰਤਾ ਸੀ, ਵੀ ਬਹੁਤ ਵਰਕਰ ਟੁੱਟ ਗਏ ਉਹਨਾਂ ਤੋਂ। ਇਹੀ ਕਾਰਨ ਮੰਨੀਏ ਕਿ ਅੱਜ ਤੁਸੀਂ ਵੀ ਉਹਨਾਂ ਦੇ ਨਾਲ ਨਹੀਂ, ਤੁਸੀਂ ਕਿਸੇ ਸਮੇਂ ਉਹਨਾਂ ਦੀ ਬਤੌਰ ਸੱਜੀ ਬਾਂਹ ਕੰਮ ਕੀਤਾ ਬੀਬੀ ਮਖਮੇਲਪੁਰ ਕੌਰ ਦੇ, ਤੇ ਹੁਣ ਤੁਸੀਂ ਚੰਦੂ ਮਾਜਰਾ ਸਾਹਿਬ ਦੀ ਸਪੋਰਟ ਕਰਦੇ ਹੋ। ਇਹਦੇ ਪਿੱਛੇ ਵੀ ਇਹੀ ਕਾਰਨ ਸਮਝਿਆ ਜਾਏ ਜਾਂ ਕੋਈ ਹੋਰ ਕਾਰਨ ਹੈ? ਦੇਖੋ ਰਾਵਰਿੰਦਰ ਜੀ, ਮੈਂ ਇਕੱਲਾ ਹੀ ਨਹੀਂ ਵੀ ਘਨੌਰ ਦੇ, ਮੈਂ ਤੁਹਾਨੂੰ ਵੀ ਕਿੰਨੇ ਵੀ ਬੰਦੇ ਗਣਾਵਾਂ ਜਿਹੜੇ ਮੁਰਲੀ ਕਤਾਰ ਦੇ ਨੇ। ਮੁਰਲੀ ਕਤਾਰ ਦਾ ਆਪਾਂ ਲਾ ਲਈਏ ਵੀ ਜਿਹੜਾ ਮੇਨ ਹਲਕਾ ਇੰਚਾਰਜ ਜਾਂ ਲੀਡਰ ਤੋਂ ਬਾਅਦ ਜਿਹੜੀ ਕਤਾਰ ਹੈ, ਦੂਜੀ ਕਤਾਰ ਆਪਾਂ ਲਾ ਲਓ ਵੀ ਉਹਦੇ 'ਚ ਜਿਹੜੇ ਬੰਦੇ ਆਉਂਦੇ ਨੇ, ਜਿਨ੍ਹਾਂ 'ਚ SGPC ਮੈਂਬਰ ਆ ਗਏ, ਚੇਅਰਮੈਨ ਆ ਗਏ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆ ਗਏ, ਬਲਾਕ ਸਮਤੀਆਂ ਦੇ ਚੇਅਰਮੈਨ ਜਾਂ ਹੋਰ ਮਾਰਕੀਟ ਕਮੇਟੀ ਦੇ ਚੇਅਰਮੈਨ, ਵੀ ਬਹੁਤ ਵੱਡਾ ਇੱਕ ਧੜਾ ਨਮੋਸ਼ੀ 'ਚ ਚੱਲ ਰਿਹਾ ਸੀ। ਤੇ ਉਹ ਨਮੋਸ਼ੀ 'ਚ ਚੱਲਦੇ ਹੋਏ ਜਦੋਂ ਸਾਰੇ ਅੰਦਰੋਂ ਅੰਦਰ ਘੁੱਟ ਰਹੇ ਸੀ, ਤੇ ਕਿਤੇ ਨਾ ਕਿਤੇ ਇਹੋ ਜਿਹੀਆਂ ਮਤਲਬ ਗੱਲਾਂ ਉੱਠਣ ਲੱਗੀਆਂ ਅੰਦਰੋਂ ਵੀ ਸਾਡੇ ਹਲਕੇ ਨੂੰ, ਕਿਉਂਕਿ ਸਾਡਾ ਹਲਕਾ ਤਾਂ ਫਿਰ ਪੱਕਾ ਹੀ ਕਾਂਗਰਸੀ ਬਣ ਜਾਣਾ ਸੀ, ਤਾਂ ਇਹ ਗੱਲਾਂ ਜਦੋਂ ਅੰਦਰੋਂ ਅੰਦਰ ਹੀ ਸਾਰੇ ਵਰਕਰਾਂ ਤੱਕ ਗੱਲਾਂ ਗਈਆਂ, ਤਾਂ ਆਪਸ 'ਚ ਸੰਪਰਕ ਹੋਇਆ ਵੀ ਆਪਾਂ ਇਸ ਦਾ ਪਾਰਟੀ ਪ੍ਰਧਾਨ ਸਾਹਿਬ ਤੱਕ ਪਹੁੰਚ ਕੀਤੀ ਜਾਵੇ। ਤਾਂ ਅਸੀਂ ਕੁਛ ਕੁ ਪਹਿਲਾਂ ਬੰਦੇ ਸੀ ਮਤਲਬ ਕਿ ਜਿਹੜੇ ਮੇਨ, ਜਦੋਂ ਬੀਬੀ ਤੋਂ ਅਸੀਂ ਥੋੜ੍ਹਾ ਜਿਹਾ ਕਿਸੇ ਗੱਲੋਂ, ਕਿਉਂਕਿ ਫਰਕ, ਮੈਂ ਕੋਈ ਇਸ 'ਚ ਗੱਲ ਨਹੀਂ, ਮੈਂ ਬਿਲਕੁਲ ਸੱਜੀ ਬਾਂਹ ਹੀ ਰਿਹਾ, ਮੈਂ ਬਹੁਤ ਪਰਿਵਾਰ ਦਾ ਮੈਂਬਰ ਰਿਹਾ, ਅੱਜ ਵੀ ਮੈਂ ਇਨਸਾਨੀਅਤ ਨਾਤੇ ਉਹਨਾਂ ਦਾ ਸਤਿਕਾਰ ਕਰਦਾ, ਉਹ ਅਲੱਗ ਗੱਲ ਹੈ। ਪਰ ਰਾਜਨੀਤੀ ਤੌਰ ਤੇ ਜਦੋਂ ਦੇਖਿਆ ਗਿਆ ਤਾਂ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਜਿੱਥੇ ਸਾਨੂੰ ਬਹੁਤ ਨਮੋਸ਼ੀ ਝੱਲਣੀ ਪਈ। ਮੈਨੂੰ ਇਕੱਲੇ ਨੂੰ ਨਹੀਂ, ਮਤਲਬ ਕਿ ਸਾਰੇ ਹੀ ਜੋ ਘਨੌਰ ਦੇ ਮੇਨ ਲੀਡਰ ਆਉਂਦੇ ਨੇ, ਵਰਕਰ ਆਉਂਦੇ ਨੇ, ਜਿਹੜੇ ਮੁਰਲੀ ਕਤਾਰ ਦੇ ਸੀ। ਤੇ ਕੀ ਮੰਨੀਏ ਵੀ ਮਤਲਬ ਫਿਰ ਮਖਮੇਲਪੁਰ ਪਰਿਵਾਰ ਕਾਬਲ ਨਹੀਂ ਰਿਹਾ ਹੁਣ ਸਿਆਸਤ ਦੇ, ਨਹੀਂ ਕਰ ਸਕਦਾ ਹੁਣ? ਅਸਲ 'ਚ ਜਦੋਂ ਤੱਕ ਤਾਂ ਸਰਦਾਰ ਅਜੈਬ ਸਿੰਘ ਮਖਮੇਲਪੁਰ ਸੀ, ਦੇਖੋ ਜਿੱਤਾਂ ਹਾਰਾਂ ਅਲੱਗ ਗੱਲ ਨੇ, ਉਹ ਵੀ ਇੱਕ ਵਾਰ ਚਲੋ ਜਿੱਤੇ ਨੇ, ਮੰਤਰੀ ਵੀ ਬਣੇ ਨੇ, ਪਰ ਉਹਨਾਂ ਦੇ ਸਮੇਂ ਜਿੰਨੀ ਦੇਰ ਉਹ ਰਹੇ ਨੇ, ਮਤਲਬ ਕਿ ਉਹਨਾਂ ਦੀ ਸਿਹਤ ਠੀਕ ਰਹੀ ਹੈ ਲਾ ਲਓ ਵੀ, ਉਦੋਂ ਤੱਕ ਉਹਨਾਂ ਤੋਂ ਕੋਈ ਵਰਕਰ ਨਹੀਂ ਟੁੱਟਿਆ ਸੀ, ਤੇ ਜਿੱਤਾਂ ਹਾਰਾਂ ਬਣੀਆਂ ਨੇ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਸਿਹਤ ਖਰਾਬ ਹੋ ਗਈ, ਉਹਨਾਂ ਨੂੰ ਕੰਨਾਂ ਤੋਂ ਸੁਣਨ ਦੀ ਪ੍ਰੋਬਲਮ ਆ ਗਈ, ਤਾਂ ਉਸ ਤੋਂ ਬਾਅਦ ਟਿਕਟ ਇੱਕ ਰਿਸ਼ਤੇਦਾਰੀ ਕਰਕੇ ਲਾ ਲਓ ਵੀ ਬੀਬੀ ਮਖਮੇਲਪੁਰ ਨੂੰ 2012 'ਚ ਦਿੱਤੀ ਗਈ, ਤਾਂ ਪਰਿਵਾਰ ਕਰਕੇ ਜਾਂ ਬਾਦਲ ਸਾਹਿਬ ਨਾਲ ਰਿਸ਼ਤੇਦਾਰੀ ਕਰਕੇ ਉਦੋਂ ਲੋਕਾਂ ਨੇ ਬੜੇ ਜੋਸ਼ ਨਾਲ ਜਿਤਾਇਆ ਸੀ, ਤੇ ਬਹੁਤ ਜ਼ੋਰ ਮਤਲਬ ਕਿ ਲਾ ਕੇ ਸਾਰਿਆਂ ਨੇ ਇੱਕ ਨਵੀਂ ਉਮੀਦ ਲੈ ਕੇ ਜਿਤਾਇਆ ਸੀ। ਪਰ ਇੰਨੀ ਨਮੋਸ਼ੀ ਲੋਕਾਂ ਨੂੰ ਹੋ ਗਈ ਕਿ ਉਹ ਜਿੰਨਾ ਜਿੱਤੇ ਸੀ ਤਾਂ 37,500 ਤੇ ਹਾਰ ਹੋ ਗਈ, ਤਾਂ ਬਹੁਤ ਵੱਡੀ ਹੋ ਗਈ। ਉਹ ਸਾਰੇ ਕਰਕੇ ਮਤਲਬ ਕਿ ਲੋਕਾਂ ਦੇ ਮਨ 'ਚ ਇਹ ਸੀ ਵੀ ਸਾਨੂੰ ਕੋਈ ਵਧੀਆ ਦਮਦਾਰ ਜਿੱਤਣ ਵਾਲਾ ਲੀਡਰ, ਕਿਉਂਕਿ ਦੇਖੋ ਸਰਕਾਰ ਬਣ ਜਾਂਦੀ ਆ, ਅਸੀਂ ਚਾਹੁੰਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ, ਪਰ ਸਾਡੇ ਹਲਕੇ ਦਾ ਹਿੱਸਾ ਵੀ ਪਵੇ ਨਾ। ਤੁਹਾਨੂੰ ਕਿਉਂ ਲੱਗਦਾ ਭੁਪਿੰਦਰ ਜੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੱਤ ਜਾਣਗੇ? ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਕਿ ਜੇਕਰ ਮਖਮੇਲਪੁਰ ਪਰਿਵਾਰ ਦੇ ਵਿੱਚੋਂ ਜਾਂ ਬੀਬੀ ਹਰਪ੍ਰੀਤ ਕੌਰ ਮਖਮੇਲਪੁਰ ਨੂੰ ਟਿਕਟ ਮਿਲਦੀ ਆ, ਉਹ ਜਿੱਤਣਗੇ ਨਹੀਂ, ਤੇ ਪ੍ਰੋਫੈਸਰ ਚੰਦੂ ਮਾਜਰਾ ਜ਼ਰੂਰ ਜਿੱਤ ਜਾਣਗੇ? ਇੰਨਾ ਵਿਸ਼ਵਾਸ ਕਿਉਂ ਹੈ? ਦੇਖੋ ਮੈਨੂੰ ਇਕੱਲੇ ਨੂੰ ਵਿਸ਼ਵਾਸ ਨਹੀਂ, ਇੱਕ ਘਨੌਰ ਦਾ ਬੱਚਾ ਕੋਈ ਤਕਰੀਬਨ 2 ਸਾਲ ਤੋਂ ਇਹ ਅੰਦਰ ਹੀ ਗੱਲਾਂ ਮਤਲਬ ਕਿ ਚੱਲ ਰਹੀਆਂ ਸੀ, ਤੇ ਬਾਦਲ ਸਾਹਿਬ ਤੱਕ, ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਜਦੋਂ ਹੋਈ, ਕੱਲੇ ਪਿੰਡ ਦੇ ਕੱਲੇ ਵਰਕਰਾਂ ਨੇ, ਮੇਨ ਵਰਕਰਾਂ ਨੇ ਜਾ ਕੇ ਇਕੱਠਾਂ 'ਚ ਕੱਲੇ ਨੇ ਸਾਰਿਆਂ ਨੇ ਗੱਲਾਂ ਦੱਸਿਆ ਵੀ ਸਾਡੇ,
ਤਾਂ ਉਹਨਾਂ ਨੂੰ ਲੱਗਿਆ ਵੀ ਸਾਨੂੰ ਕੋਈ ਇਹੋ ਜਿਹਾ ਲੀਡਰ ਦਿੱਤਾ ਜਾਵੇ। ਪਹਿਲਾਂ ਤਾਂ ਇਹੀ ਗੱਲ ਹੋਈ ਵੀ ਜਿਹੜਾ ਸੀਟ ਕੱਢ ਸਕੇ। ਫਿਰ ਉਹ ਕੀ ਗੱਲ ਹੋਈ, ਕਿਉਂਕਿ ਰਾਜਪੁਰਾ ਤਹਿਸੀਲ 'ਚ ਚੰਦੂ ਮਾਜਰਾ ਪਿੰਡ ਰਾਜਪੁਰਾ ਤਹਿਸੀਲ 'ਚ ਪੈਂਦਾ, ਮਤਲਬ ਕਿ ਚੰਦੂ ਮਾਜਰਾ ਸਾਹਿਬ ਦਾ ਘਨੌਰ ਇੱਕ ਆਪਣਾ ਹਲਕਾ ਆ। ਤੇ ਪਹਿਲਾਂ ਇੱਥੋਂ ਜਦੋਂ 2 ਵਾਰ MP ਵੀ ਬਣੇ ਨੇ, ਤਾਂ ਉਦਾਂ ਵੀ ਉਹਨਾਂ ਦਾ ਬੇਟਾ ਫਿਰ ਨਾਲ ਦੇ ਹਲਕੇ 'ਚੋਂ 2017 ਜਿੱਤਿਆ ਸੀ। ਇਹ ਫਿਰ ਇਹ ਗੱਲ ਨਹੀਂ ਹੋ ਜੂਗੀ ਕਿ ਬੇਟਾ ਸਨੌਰ ਤੋਂ ਤੇ ਬਾਪੂ ਘਨੌਰ ਤੋਂ? ਫਿਰ ਤਾਂ ਇਹੀ ਗੱਲ ਹੈ ਕਿ ਨਾਲ ਹਲਕੇ ਪੈਂਦੇ ਨੇ, ਇੱਕ ਹਲਕੇ ਸਨੌਰ ਦੇ ਵਿੱਚ ਪੁੱਤਰ ਲੜ ਰਿਹਾ ਤੇ ਦੂਜੇ ਘਨੌਰ ਦੇ ਵਿੱਚ ਬਾਪੂ ਜੀ ਲੜ ਰਹੇ। ਅਸਲ 'ਚ ਮੈਂ ਤੁਹਾਨੂੰ ਦੱਸਦਾ ਵੀ ਚੰਦੂ ਮਾਜਰਾ ਸਾਹਿਬ ਦਾ ਆਪ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਵੀ ਨਹੀਂ ਸੀ। ਪਹਿਲਾਂ ਬਾਦਲ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਮੋਹਾਲੀ ਤੋਂ ਜਾਂ ਲਹਿਰੇ ਤੋਂ ਇਲੈਕਸ਼ਨ ਲੜੋ, ਜਿੱਥੇ ਤੱਕ ਜਿੰਨਾ ਮੈਨੂੰ ਮਤਲਬ ਕਿ ਇਸ ਬਾਰੇ ਪਤਾ। ਪਰ ਇਹਨਾਂ ਨੇ ਕਿਹਾ ਵੀ ਮੈਂ ਸਨੌਰ ਵਾਲੀ ਸੀਟ ਤੇ ਮੇਰੀ ਮਤਲਬ ਕਿ ਹਾਜ਼ਰੀ ਬਹੁਤ ਜ਼ਰੂਰੀ ਆ, ਵੀ ਮੈਂ ਜੇ ਤੁਸੀਂ ਮੈਨੂੰ ਹੋਰ ਕਿਤੇ 4-5 ਸੀਟਾਂ ਦੀ ਤੁਸੀਂ ਆਲੇ ਦੁਆਲੇ ਦੀ ਜ਼ਿੰਮੇਵਾਰੀ ਲਾ ਦਿਓ ਵੀ ਮੈਂ ਉੱਥੋਂ ਉਮੀਦਵਾਰ ਜਿਤਾ ਦਾਂਗਾ। ਪਰ ਇੱਕ ਪਾਸੇ ਸਾਡੀ ਘਨੌਰ ਵਾਲਿਆਂ ਦੀ ਬਹੁਤ ਵੱਡੀ ਜ਼ੋਰਦਾਰ ਮੰਗ ਸੀ ਕਿ ਸਾਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗਾ ਹੀ ਉਮੀਦਵਾਰ ਚਾਹੀਦਾ, ਜੋ ਕਿ ਮਦਨ ਲਾਲ ਨੂੰ ਟੱਕਰ ਦੇ ਸਕਦਾ ਤੇ ਹਰ ਪੱਖੋਂ ਟੱਕਰ ਦੇ ਸਕਦਾ। ਇਸ ਕਰਕੇ ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਜਦੋਂ ਕਿਹਾ ਤਾਂ ਬਾਦਲ ਸਾਹਿਬ ਨੂੰ ਇਹਨਾਂ ਨੇ ਗੱਲ ਕੀਤੀ ਵੀ ਜੇ ਮੈਂ ਕੋਈ ਇਲੈਕਸ਼ਨ ਲੜਨੀ ਆ ਤਾਂ ਮੈਂ ਨਾਲ ਦੇ ਹਲਕੇ ਤੋਂ ਲੜ ਸਕਦਾ, ਜੋ ਸਨੌਰ ਦੇ ਬਿਲਕੁਲ ਨਾਲ ਹੋਵੇ। ਤਾਂ ਲੋਕਾਂ ਦੀ ਵੀ ਇਹ ਡਿਮਾਂਡ ਸੀ। ਇਸ ਕਰਕੇ ਫਿਰ ਬਾਦਲ ਸਾਹਿਬ ਨੇ ਸਾਡੀ ਮਤਲਬ ਕਿ ਸਾਨੂੰ ਉਮੀਦ ਹੈ ਵੀ ਬਾਦਲ ਸਾਹਿਬ ਸਾਡੀ ਇਸ ਗੱਲ ਤੇ ਜਾਂ ਸਾਰੇ ਵਰਕਰਾਂ ਦੀ, ਮੇਰੇ ਇਕੱਲੇ ਦੀ ਨਹੀਂ, ਸਾਰੇ ਵਰਕਰਾਂ ਦੀ, ਸਾਰੇ ਹਲਕੇ ਦੀ ਉਹ ਗੱਲ ਜ਼ਰੂਰ ਸੁਣੀ ਜਾਏਗੀ ਤੇ ਚੰਦੂ ਮਾਜਰਾ ਸਾਹਿਬ ਨੂੰ ਹੀ ਟਿਕਟ ਮਿਲੇਗੀ। ਪਰ ਫਿਰ ਠੀਕ ਹੈ, ਪ੍ਰਧਾਨ ਸਾਹਿਬ ਤੇ ਤੁਸੀਂ ਵਿਸ਼ਵਾਸ ਦਿਵਾਇਆ ਕਿ ਵਰਕਰਾਂ ਦੀ ਸੁਣਦੇ ਨੇ ਤੇ ਸੁਣਨਗੇ ਵੀ, ਪਰ ਕੀ ਪਾਰਟੀ ਪ੍ਰਧਾਨ ਇਹ ਨਹੀਂ ਦੇਖਣਗੇ ਕਿ ਇੱਕ ਪੁਰਾਣਾ ਹਲਕਾ ਇੰਚਾਰਜ ਵੀ ਹੈ ਤੇ ਬੇਸ਼ੱਕ ਦੀ ਪਿਛਲੀ ਇਲੈਕਸ਼ਨ ਉਹ ਹਾਰ ਗਏ ਸੀ, ਪਰ ਇੱਕ ਵਾਰ ਦੇ ਵਿਧਾਇਕ ਵੀ ਬਣੇ ਹੋਏ ਨੇ, ਬੀਬੀ ਮੁਖਮੈਲਪੁਰ ਦੀ ਗੱਲ ਕਰੀਏ, ਤੇ ਇੱਕ ਇਹ ਵੀ ਗੱਲ ਹੈ ਕਿ ਉਹਨਾਂ ਦਾ ਚਲੋ ਹੁਣ ਤੱਕ ਹੋਲਡ ਵੀ ਰਿਹਾ, ਤੁਸੀਂ ਹੁਣ ਦਾਅਵਾ ਕਰ ਰਹੇ ਹੋ ਕਿ ਹੋਲਡ ਨਹੀਂ ਹੈ। ਤੇ ਦੂਸਰੀ ਗੱਲ ਇਹ ਵੀ ਨਿਕਲ ਕੇ ਆਉਂਦੀ ਹੈ ਕਿ ਟੌੜਾ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਹੈ। 2 ਪਰਿਵਾਰਾਂ ਨੂੰ ਨਾਰਾਜ਼ ਕਰ ਸਕਦੇ ਨੇ ਪਾਰਟੀ ਪ੍ਰਧਾਨ ਇੱਕ ਹਲਕੇ ਦੀ ਟਿਕਟ ਦੇ ਲਈ। ਮੁਖਮੈਲਪੁਰ ਪਰਿਵਾਰ ਵੀ ਨਾਰਾਜ਼ ਹੋਊਗਾ ਤੇ ਜੇ ਇਹ ਪਰਿਵਾਰ ਨਾਰਾਜ਼ ਹੁੰਦਾ ਤਾਂ ਟੌੜਾ ਪਰਿਵਾਰ ਵੀ ਹੋਊਗਾ। ਫਿਰ ਰਾਵਰਿੰਦਰ ਜੀ 2017 'ਚ ਵੀ ਗੱਲ ਹੋਈ ਸੀ ਵੀ 2 ਪਰਿਵਾਰਾਂ ਨੂੰ ਇੱਕ ਟਿਕਟ ਦਿੱਤੀ ਜਾਊਗੀ। ਉਦੋਂ ਚਲੋ ਬੀਬੀ ਮੁਖਮੈਲਪੁਰ ਜੀ ਨੇ ਕਿਹਾ ਵੀ ਮੈਂ ਮੌਜੂਦਾ ਵਿਧਾਇਕ ਹਾਂ, ਵੀ ਮੈਂ ਇੱਥੋਂ ਘਨੌਰ ਤੋਂ ਹੀ ਇਲੈਕਸ਼ਨ ਲੜੂੰ। ਉਦੋਂ ਵੀ ਮਤਲਬ ਕਿ ਪਾਰਟੀ ਵੱਲੋਂ ਹੈ ਸੀ, ਤਾਂ ਇਸੇ ਗੱਲ ਕਰਕੇ ਟੌੜਾ ਪਰਿਵਾਰ ਜੋ ਕਿ ਜਿਨ੍ਹਾਂ ਦਾ ਸਿਰ ਝੁਕਦਾ, ਕਿਉਂਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ ਹੈ, ਜਿਨ੍ਹਾਂ ਦਾ ਸਾਰੇ ਸਤਿਕਾਰ ਕਰਦੇ ਨੇ, ਤੇ ਉਹਨਾਂ ਨੂੰ ਪਾਰਟੀ ਛੱਡ ਕੇ ਵੀ ਜਾਣਾ ਪਿਆ, ਆਪ ਵੱਲੋਂ ਇਲੈਕਸ਼ਨ ਲੜੇ। ਪਰ ਉਹ ਦੁਬਾਰੇ ਪਾਰਟੀ 'ਚ ਆ ਗਏ। ਉਹਨਾਂ ਨੂੰ ਤਾਂ ਟਿਕਟ ਦੇਖੋ ਪਾਰਟੀ ਕਿਤੇ ਨਾ ਕਿਤੇ ਐਡਜਸਟ ਕਰੂਗੀ, ਜੋ ਸਾਡੇ ਜੋ ਸੁਣਨ 'ਚ ਆ ਰਿਹਾ, ਜੋ ਗੱਲਾਂ ਨੇ। ਪਰ ਗੱਲ ਇਹ ਆ ਵੀ ਬੀਬੀ ਮੁਖਮੈਲਪੁਰ ਜੀ ਆਪਣਾ ਜਿਹੜਾ ਵਿਸ਼ਵਾਸ ਹੈ ਵਰਕਰਾਂ 'ਚ ਖੋ ਚੁੱਕੇ ਨੇ। ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲਾਂ ਦੱਸਦਾ। ਇਹ ਜਿਹੜੀ 1100 ਏਕੜ ਅਕਵਾਇਰ ਹੋਈ ਹੈ ਜ਼ਮੀਨ 5-6 ਪਿੰਡਾਂ ਦੀ ਸਿਹਰਾ ਸਿਹਰੀ ਦੇ ਲਾਗੇ, ਤਾਂ ਉੱਥੇ ਜਦੋਂ ਜ਼ਮੀਨ ਅਕਵਾਇਰ ਹੋਈ ਤਾਂ ਕੁਝ ਵਰਕਰਾਂ ਦੇ ਅਕਾਲੀ ਦਲ ਦੇ 'ਤੇ ਪਰਚਾ ਹੋਇਆ, ਤਾਂ ਉਹਨਾਂ ਨੂੰ ਪੁਲਿਸ ਘਰੋਂ ਚੱਕ ਕੇ ਲੈ ਗਈ। ਤਾਂ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਸਾਨੂੰ ਪਤਾ ਲੱਗਿਆ ਵੀ ਸਾਡੇ ਵਰਕਰਾਂ ਨੂੰ ਚੱਕ ਕੇ ਲੈ ਗਈ। ਅਸੀਂ ਥਾਣੇ ਗਏ, 100-150 ਬੰਦੇ ਦਾ ਉੱਥੇ ਇਕੱਠ ਹੋ ਗਿਆ। ਇਹ ਕਿਸੇ ਦੀ ਸੁਣੀ ਗੱਲ ਨਹੀਂ। ਅਸੀਂ ਆਪ ਫੋਨ ਕੀਤਾ ਵੀ ਬੀਬੀ ਜੀ ਉੱਥੇ ਇੱਦਾਂ ਥਾਣੇ 'ਚ ਆਓ, ਆਪਾਂ ਜਾਂ ਰੋਡ ਜਾਮ ਕਰੀਏ ਮੇਨ, ਜਾਂ ਗੰਡਾ ਖੇੜੀ ਧਰਨਾ ਲਾਈਏ ਆਪਾਂ ਥਾਣੇ 'ਚ, ਤਾਂ ਤੁਸੀਂ ਆਓ। ਉਹ ਕਹਿੰਦੇ ਵੀ ਮੈਂ ਨਹੀਂ ਆ ਸਕਦੀ, ਕਿਉਂਕਿ ਪਤਾ ਨਹੀਂ ਇਹਨਾਂ ਦੀ ਕੀ ਗੱਲ ਸੀ। ਸਾਨੂੰ ਤਾਂ ਸੁਣਨ 'ਚ ਇਹ ਆ ਵੀ ਇਹਨਾਂ ਦੀ ਕੋਈ ਉੱਥੇ ਈਗਲ ਮੋਟਲ 'ਚ ਬਹਿ ਕੇ ਕੋਈ ਐਂਟੀ ਸੈਂਟੀ ਕੋਈ ਮਤਲਬ ਕਿ ਸਮਝੌਤਾ ਲਾ ਲਓ ਵੀ ਮਦਨ ਲਾਲ ਨਾਲ ਉਹਦੀ ਜਿੱਤ ਤੋਂ ਬਾਅਦ ਹੋਇਆ, ਜੋ ਅਸੀਂ ਸੁਣਦੇ ਹਾਂ, ਜੋ ਸਾਨੂੰ ਮਦਨ ਲਾਲ ਜਲਾਲਪੁਰ ਦੇ ਹੀ ਮੂੰਹ ਤੋਂ ਸੁਣਿਆ ਸੀ। ਪਰ ਫਿਰ ਮੁਕਾਬਲਾ ਭੁਪਿੰਦਰ ਜੀ ਕਿਵੇਂ ਹੋਊਗਾ? ਫਿਰ ਇੱਕ ਬੀਬੀ ਮੁਖਮੈਲਪੁਰ ਵੀ ਫਿਰ ਤਾਂ ਗੁੱਸੇ ਹੋ ਕੇ ਚੁਣੌਤੀ ਪੇਸ਼ ਕਰਨਗੇ, ਹੋ ਸਕਦਾ ਆਜ਼ਾਦ ਖੜੇ ਹੋ ਜਾਣ। ਕਾਂਗਰਸ ਦਾ ਪੱਕਾ ਹੀ ਹੈ ਕਿ ਮਦਨ ਲਾਲ ਜਲਾਲਪੁਰ ਨੂੰ ਹੀ ਟਿਕਟ ਮਿਲੇਗੀ। ਆਮ ਆਦਮੀ ਪਾਰਟੀ ਨੇ ਕਬੱਡੀ ਪਲੇਅਰ ਗੁਰਲਾਲ ਘਨੌਰ ਨੂੰ ਖੜਾ ਕਰਤਾ। ਮੁਕਾਬਲਾ ਫਿਰ ਇਹ ਨਹੀਂ ਲੱਗਦਾ ਕਿ ਵਿਰੋਧੀਆਂ ਨਾਲ ਤਾਂ ਘੱਟ ਹੈ ਕਿ ਆਪਣਿਆਂ ਨਾਲ ਹੀ ਮੁਕਾਬਲਾ ਹੋ ਜਾਊਗਾ? ਫਿਰ ਤਾਂ ਨਹੀਂ, ਇਹੋ ਜਿਹੀ ਗੱਲ ਨਹੀਂ। ਦੇਖੋ ਉਹ ਵੀ ਸਿਆਣੇ ਨੇ, ਹੁਣ ਜਦੋਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਉਹਨਾਂ ਦੀ ਕਿਸੇ ਵੇਲੇ ਸੰਧੂ ਸਾਹਿਬ ਦੀ ਟਿਕਟ ਕੱਟ ਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ। ਸਰਦਾਰ ਜਸਦੇਵ ਸਿੰਘ ਸੰਧੂ ਦੀ 1997 ਟਿਕਟ ਕੱਟ ਕੇ ਸਰਦਾਰ ਅਜੈਬ ਸਿੰਘ ਮੁਖਮੈਲਪੁਰ ਨੂੰ ਦਿੱਤੀ ਗਈ ਸੀ। ਤਾਂ ਹੀ ਤਾਂ ਫਿਰ ਉਹ ਪਰਿਵਾਰ ਹੁਣ ਕਾਂਗਰਸ 'ਚ ਬੈਠਾ। ਨਹੀਂ, ਕਾਂਗਰਸ 'ਚ ਬੈਠਾ ਉਹ, ਚਲੋ ਸਰਦਾਰ ਜਸਦੇਵ ਸਿੰਘ ਸੰਧੂ ਦੀ ਗੱਲ ਸੀ। ਉਸ ਤੋਂ ਬਾਅਦ ਨਹੀਂ, ਉਹਨਾਂ ਨੂੰ ਵੀ ਉਹਨਾਂ ਦੇ ਬੇਟੇ ਨੂੰ ਵੀ ਹਲਕਾ ਸੰਭਾਇਆ ਸੀ, ਪਰ ਨਹੀਂ ਗੱਲ ਬਣ ਸਕੀ। ਤਾਂ ਪਾਰਟੀ ਨੇ, ਕਿਉਂਕਿ ਪਾਰਟੀ ਨੇ ਦੇਖੋ ਇਹ ਦੇਖਣਾ ਹੁੰਦਾ ਵੀ ਰਿਸ਼ਤੇਦਾਰੀਆਂ ਜਾਂ ਹੋਰ ਨਹੀਂ ਹੁਣ ਦੇਖਣਾ। ਹੁਣ ਸਮਾਂ ਇਹ ਆ ਵੀ ਕਿਹੜਾ ਬੰਦਾ ਇਲੈਕਸ਼ਨ ਜਿੱਤ ਸਕਦਾ। ਚੰਦੂ ਮਾਜਰਾ ਸਾਹਿਬ ਦਾ ਇਹ ਆ ਵੀ ਜੇ ਘਨੌਰ ਤੋਂ ਖੜਦੇ ਨੇ ਤਾਂ ਰਾਜਪੁਰੇ ਨੂੰ ਵੀ ਬਲ ਮਿਲੇਗਾ। ਘਨੌਰ 'ਚ ਤਾਂ ਉਹ ਜਿੱਤਣਗੇ। ਅਸੀਂ ਆਪ ਮਤਲਬ ਕਿ ਇਸ ਚੀਜ਼ ਦਾ ਦਾਅਵਾ ਕਰਦੇ ਹਾਂ। ਸਨੌਰ 'ਚ ਵੀ, ਮੈਂ ਪਟਿਆਲੇ ਦੀ 3-4 ਸੀਟਾਂ 'ਚ ਤਾਂ ਵੈਸੇ ਹੀ ਮਤਲਬ ਕਿ ਇਸ ਚੀਜ਼ ਦਾ ਫਰਕ ਪੈ ਜਾਣਾ ਜੇ ਚੰਦੂ ਮਾਜਰਾ ਸਾਹਿਬ ਪਟਿਆਲੇ ਦੀ ਕਿਸੇ ਸੀਟ ਤੋਂ ਲੜਦੇ ਨੇ, ਖਾਸ ਕਰਕੇ ਘਨੌਰ ਤੋਂ ਲੜਦੇ ਨੇ। ਇਹ ਤੁਹਾਨੂੰ ਐ ਤਾਂ ਨਹੀਂ ਲੱਗਦਾ, ਕਿਉਂਕਿ ਖੇਮਕਰਨ ਤੇ ਸੀਟ ਤੇ ਵੀ ਬੜਾ ਰੌਲਾ ਪਿਆ ਸੀਗਾ, ਬਿਰਸਾ ਸਿੰਘ ਬਲਟੋਹਾ ਨੂੰ ਖੈਰ ਉਮੀਦਵਾਰ ਤਾਂ ਬਣਾ ਦਿੱਤਾ ਗਿਆ। ਬਾਦਲ ਪਰਿਵਾਰ ਦੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਜਾਂ ਕੈਰੋਂ ਪਰਿਵਾਰ ਕਹਿ ਰਿਹਾ ਸੀ ਕਿ ਅਸੀਂ ਇੱਥੋਂ ਟਿਕਟ ਲਵਾਂਗੇ,
ਕੀ ਇਹ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਪਾਰਟੀ ਪ੍ਰਧਾਨ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਰਿਸ਼ਤੇਦਾਰੀਆਂ ਨਹੀਂ ਦੇਖਦੇ, ਕਾਬਲੀਅਤ ਦੇਖ ਰਹੇ ਨੇ, ਇਹ ਲੱਗਦਾ ਤੁਹਾਨੂੰ? ਨਹੀਂ, ਬਿਲਕੁਲ ਪਾਰਟੀ ਪ੍ਰਧਾਨ ਸਾਹਿਬ ਨੇ ਵੀ ਬਹੁਤ, ਜਿੰਨੀ ਮਿਹਨਤ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਰ ਰਹੇ ਨੇ, ਕਿਸੇ ਪਾਰਟੀ ਦਾ ਕੋਈ ਲੀਡਰ ਉਨੀ ਮਿਹਨਤ ਕਰ ਨਹੀਂ ਰਿਹਾ। ਇਹ ਗੱਲ ਬਿਲਕੁਲ ਆਪਣੇ ਸਾਹਮਣੇ ਆ। ਤੇ ਜਿੰਨਾ ਮਤਲਬ ਕਿ ਉਹ ਵਰਕ ਕਰ ਰਹੇ ਨੇ ਪਾਰਟੀ ਪਿੱਛੇ, ਵਰਕਰਾਂ ਪਿੱਛੇ ਬਹੁਤ ਜ਼ਿਆਦਾ। ਤੇ ਹੁਣ ਤੋਂ ਨਹੀਂ, ਜਿੱਦਣ ਤੋਂ ਚਾਹੇ ਓਪੋਜੀਸ਼ਨ 'ਚ ਆਏ ਨੇ ਉਸੇ ਦਿਨ ਤੋਂ, ਚਾਹੇ ਓਪੋਜੀਸ਼ਨ 'ਚ ਤਾਂ ਗਿਣਤੀ ਦੇ ਤੌਰ ਤੇ ਆਪ ਸੀ, ਪਰ ਓਪੋਜੀਸ਼ਨ ਉਹਨਾਂ ਨੇ ਤਾਂ ਕੋਈ ਰੋਲ ਨਹੀਂ ਨਿਭਾਇਆ। ਸ਼੍ਰੋਮਣੀ ਅਕਾਲੀ ਦਲ ਹਰੇਕ ਮੁੱਦੇ 'ਤੇ ਲੜਦਾ ਰਿਹਾ। ਕਿਸਾਨਾਂ ਦੇ ਮੁੱਦਿਆਂ 'ਤੇ ਵੀ ਦੇਖੋ ਉਹਨਾਂ ਨੇ ਆਪਣੀ ਭਾਈਵਾਲਤਾ ਵੀ ਤੋੜੀ, ਮੰਤਰੀ ਦਾ ਉਹਦਾ ਵੀ ਛੱਡਿਆ। ਪਰ ਗੱਲ ਇਹ ਆ ਵੀ ਜਿੱਥੋਂ ਤੱਕ ਵੀ ਉਹਨਾਂ ਨੂੰ ਉਮੀਦਵਾਰਾਂ ਨੂੰ ਟਿਕਟ ਦੇਣਗੇ ਜਿਹੜੇ ਜਿੱਤਣ ਦੇ ਕਾਬਿਲ ਹੋਣਗੇ, ਜਿਹੜੇ ਜਿੱਤ ਸਕਦੇ ਨੇ। ਪਰ ਕਿਸਾਨਾਂ ਨੂੰ ਤੁਹਾਡੀ ਪਾਰਟੀ ਸਮਝਾ ਨਹੀਂ ਸਕੀ, ਜਾਂ ਕਹਿ ਲਈਏ ਕਿ ਵਿਸ਼ਵਾਸ 'ਚ ਨਹੀਂ ਲੈ ਸਕੀ। ਜਿਸ ਤਰੀਕੇ ਦੇ ਨਾਲ ਤੁਸੀਂ ਦਾਅਵੇ ਕਰ ਰਹੇ ਹੋ ਕਿ ਕੁਰਸੀਆਂ ਛੱਡੀਆਂ, ਕੇਂਦਰੀ ਮੰਤਰੀ ਦੀ ਕੁਰਸੀ ਛੱਡੀ ਹਰਸਿਮਰਤ ਕੌਰ ਬਾਦਲ ਨੇ, ਬਾਦਲ ਸਾਹਿਬ ਨੇ ਵੀ ਬੀਜੇਪੀ ਨਾਲ ਰਿਸ਼ਤਾ ਤੋੜ ਲਿਆ, ਕਿਸਾਨ ਫਿਰ ਕਿਉਂ ਨਹੀਂ ਸਮਝ ਰਹੇ? ਤੁਸੀਂ, ਤੁਹਾਡੀ ਪਾਰਟੀ ਕਿਸਾਨਾਂ ਨੂੰ ਵਿਸ਼ਵਾਸ ਕਿਉਂ ਨਹੀਂ ਦਿਵਾ ਪਾ ਰਹੀ? ਦੇਖੋ, ਮੈਂ ਇਹ ਕਹਿੰਦਾ ਵੀ ਕਿਸਾਨਾਂ ਵਾਲੀ ਤਾਂ ਕੋਈ ਗੱਲ ਨਹੀਂ, ਅਸੀਂ ਖੁਦ ਕਿਸਾਨ ਆ। ਅਕਾਲੀ ਦਲ ਨਾਲ ਜ਼ਿਆਦਾ ਜੁੜੇ ਹੋਏ ਕਿਸਾਨ ਨੇ, ਹਰ ਲੀਡਰ ਕਿਸਾਨ ਹੈ, ਹਰ ਵਰਕਰ ਕਿਸਾਨ ਹੈ ਜਿਹੜਾ ਅਕਾਲੀ ਦਲ ਨਾਲ ਜੁੜਿਆ ਹੋਇਆ, ਹਰ ਵੋਟਰ ਵੀ ਕਿਸਾਨ ਹੈ। ਪਿੰਡਾਂ 'ਚ ਜਿਹੜੇ ਸਾਡੇ ਵਰਕਰ ਨੇ, ਵੋਟਰ ਨੇ। ਹਾਂ, ਦੇਖੋ ਕਿਸੇ ਨਾ ਕਿਸੇ ਕੋਈ ਦੂਜੀ ਪਾਰਟੀ ਨਾਲ ਜੁੜਿਆ ਹੋਇਆ ਉਹ ਜ਼ਰੂਰ ਕਿਤੇ ਨਾ ਕਿਤੇ ਕੋਈ ਵਿਰੋਧ, ਜਾਂ ਹੁਣ ਜਿੰਨੇ ਵੀ ਇੱਕ ਦੋ ਜਗ੍ਹਾ ਵਿਰੋਧ ਹੋਏ ਨੇ, ਆ ਰਾਜਪੁਰੇ ਪਰਸੋਂ 'ਚ ਉੱਥੇ ਜਿਹੜਾ ਵਿਰੋਧ ਹੋਇਆ, ਜਿਹੜੇ ਵੀ ਉਹਦੇ ਬੰਦੇ ਸੀ ਉਹ ਜ਼ਿਆਦਾ ਕਾਂਗਰਸ ਵਾਲੇ ਸੀ ਜਾਂ ਆਮ ਆਦਮੀ ਨਾਲ ਸੰਬੰਧਿਤ ਸੀ, ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਥੋੜ੍ਹੇ ਜਿਹੇ ਬੰਦਿਆਂ ਨੇ ਵਿਰੋਧ ਕੀਤਾ। ਗੱਲ ਇਹ ਵੀ ਉਹ ਤਾਂ ਇਲੈਕਸ਼ਨਾਂ ਦੇ ਨੇੜੇ ਇਹ ਚੀਜ਼ਾਂ ਹੁੰਦੀਆਂ ਨੇ, ਪਰ ਜ਼ਿਆਦਾਤਰ ਜਿਹੜਾ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਦਲ ਜੁੜੇ। ਹੁਣ ਮੈਂ ਖੁਦ ਦੇਖੋ, ਮੇਰੀ ਚਾਹੇ ਰਹਿ ਸ਼ਹਿਰ 'ਚ ਹੈ, ਪਰ ਮੈਂ ਆਪਣੇ ਪਿੰਡ ਤੋਂ ਕਿਸਾਨੀ ਸੰਘਰਸ਼ ਪਹਿਲਾਂ ਜਦੋਂ ਰੇਲਾਂ ਰੋਕੀਆਂ ਉਦੋਂ ਇੱਥੇ ਸ਼ੰਭੂ ਰੇਲਵੇ 'ਤੇ, ਫਿਰ ਉਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਅਸੀਂ ਮਤਲਬ ਕਿ ਖੁਦ 26 ਤਰੀਕ ਨੂੰ 25 ਨੂੰ ਉਹਨਾਂ ਦਿਨਾਂ 'ਚ ਵੀ ਉੱਥੇ ਸੀ। ਤਾਂ ਜਿਵੇਂ ਜਿਵੇਂ ਸੰਘਰਸ਼ ਚੱਲਦਾ ਹੁਣ ਵੀ ਸਾਡੀ ਟੀਮ ਉੱਥੇ ਜਾਂਦੀ ਆ। ਤੁਸੀਂ ਨਾਲ ਰਹੇ ਹੋ, ਠੀਕ ਹੈ, ਤੁਹਾਡਾ ਸਹੀ ਆ ਗੱਲ। ਪਰ ਜੇ ਆਪਾਂ ਮੁੜ ਕੇ ਹਲਕੇ 'ਤੇ ਆ ਜਾਂਦੇ ਹਾਂ ਘਨੌਰ 'ਤੇ ਫਿਰ ਚੰਦੂ ਮਾਜਰਾ ਪਰਿਵਾਰ ਦੇ ਵਿੱਚ 2 ਟਿਕਟਾਂ ਚਲੀਆਂ ਜਾਣਗੀਆਂ, ਕਿਉਂਕਿ ਸਨੌਰ ਤੋਂ ਤਾਂ ਪੱਕੀ ਆ ਮੌਜੂਦਾ ਵਿਧਾਇਕ ਨੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਉਹਨਾਂ ਦੇ ਬੇਟੇ, ਤੇ ਘਨੌਰ ਤੋਂ ਪ੍ਰੋਫੈਸਰ ਸਾਹਿਬ ਆਪ ਆ ਰਹੇ ਨੇ। ਤੇ ਉਧਰੋਂ ਜੇਕਰ ਦੇਖੀਏ ਤਾਂ ਮਲੂਕਾ ਸਾਹਿਬ ਨੇ ਵੀ ਆਪਣੇ ਬੇਟੇ ਦੇ ਲਈ ਮੰਗੀ ਸੀ ਟਿਕਟ, ਪਰ ਪਾਰਟੀ ਪ੍ਰਧਾਨ ਨੇ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਦਿੱਤੀ, ਜਾਂ ਦੋਨਾਂ ਨੂੰ ਤਾਂ ਦੂਰ ਦੀ ਗੱਲ ਹੈ, ਉਹ ਕਹਿੰਦੇ ਕਿ ਸਿਰਫ ਮਲੂਕਾ ਸਾਹਿਬ ਹੀ ਲੜਨ। ਇਸ ਗੱਲ ਦੇ ਪਿੱਛੇ ਤੁਹਾਨੂੰ ਕਿਵੇਂ ਲੱਗਦਾ ਕਿ ਪਾਰਟੀ ਪ੍ਰਧਾਨ ਇੱਥੇ ਮੰਨ ਜਾਣਗੇ, ਜਾਂ ਜੇ ਮੰਨ ਜਾਣਗੇ ਤਾਂ ਕਿਹੜੀ ਗੱਲ ਨੂੰ ਦੇਖ ਕੇ ਮੰਨਣਗੇ? ਦੇਖੋ, ਗੱਲ ਇਹ ਆ ਵੀ ਮਲੂਕਾ ਸਾਹਿਬ ਵੀ ਸਤਿਕਾਰਯੋਗ ਨੇ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਟਿਕਟ ਕਿਉਂ ਨਹੀਂ। ਐਂ ਤਾਂ ਹੁਣ ਜਥੇਦਾਰ ਤੋਤਾ ਸਿੰਘ ਦੇ ਉਹਨਾਂ ਦੇ ਬੇਟੇ ਨੂੰ ਵੀ ਟਿਕਟ ਦੇ ਦਿੱਤੀ। ਤੇ ਮਤਲਬ ਕਿ ਗੱਲ ਇਹ ਆ ਵੀ ਜਿਹੜੇ ਹਲਕੇ 'ਚ ਜਿਹੜਾ ਉਮੀਦਵਾਰ ਜਿੱਤ ਸਕਦਾ, ਜਾਂ ਜਿਹਦੇ ਖੜਨ ਨਾਲ ਮਤਲਬ ਇੱਕ ਬੂਸਟ ਮਿਲਣਾ, ਇੱਕ ਟਰਬੋ ਵਾਲਾ ਕੰਮ ਕਰਨਾ, ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਘਨੌਰ ਤੋਂ ਜੇ ਲੜਦੇ ਨੇ ਨਾ, ਤਾਂ ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ ਘਨੌਰ, ਈਵਨ ਘਨੌਰ 'ਚ ਨਹੀਂ ਤੇ ਨਾਲ ਸਨੌਰ ਜਾਂ ਪਟਿਆਲੇ ਜ਼ਿਲ੍ਹੇ ਨੂੰ ਹੀ ਮਿਲੇਗਾ। ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ, ਕਿਉਂਕਿ ਆਪਾਂ ਪਿਛਲੇ ਸਮੇਂ ਦੇਖੋ ਜਦੋਂ ਅਕਾਲੀ ਦਲ ਦੇ ਬਿਲਕੁਲ ਹਵਾ ਉਲਟ ਸੀ ਤਾਂ ਉਹਨਾਂ ਦਾ ਬੇਟਾ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਇੱਥੋਂ ਜਿੱਤਿਆ। ਉਹਨੇ ਵਿਰੋਧੀ ਹੋਣ ਦੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚੋਂ, ਜਦ ਕਿ ਮੁੱਖ ਮੰਤਰੀ ਦਾ ਸ਼ਹਿਰ ਸੀ, ਉਹ ਇਕੱਲਾ ਹੀ ਸਾਡੇ MLA ਜਿੱਤੇ ਹੋਏ ਸੀ। ਉਹਨਾਂ ਨੇ ਵਿਰੋਧੀ ਧਿਰ 'ਚ ਵਾਲੀ ਭੂਮਿਕਾ ਵੀ ਨਿਭਾਈ, ਪਰ ਕਿਤੇ ਕਿਤੇ ਸਰਕਾਰ ਵਾਲੇ ਉਸ 'ਚ ਵੀ ਭੂਮਿਕਾ ਨਿਭਾਉਂਦੇ ਰਹੇ। ਜੇ ਰਾਤ ਨੂੰ ਵੀ ਕਿਤੇ ਧਰਨਾ ਲਾਉਣਾ ਪੈ ਗਿਆ ਤਾਂ ਰਾਤ ਨੂੰ ਆੜਤੀਆਂ ਦੇ ਨਾਲ, ਕਿਸਾਨਾਂ ਦੇ ਨਾਲ, ਕਿਤੇ ਬਾਰਦਾਨੇ ਦੀ ਕਮੀ ਹੋ ਗਈ, ਰਾਤਾਂ ਨੂੰ ਵੀ ਸੜਕਾਂ 'ਤੇ ਧਰਨੇ ਲਾਏ। ਆ ਪਿੱਛੇ ਇੱਕ ਸਾਡੇ ਹਰਫੂਲ ਸਿੰਘ ਜੀ ਬੋਸਰ, ਉਹਨਾਂ ਦੇ ਪਰਿਵਾਰ 'ਚ ਇੱਕ ਕਤਲ ਹੋ ਗਿਆ ਯੂਥ ਦਾ, ਤਾਂ ਉਸ ਰਾਤ ਉਹ ਆਪਣੀ ਬਿਨਾਂ ਸਿਕਿਉਰਿਟੀ ਤੋਂ ਪੂਰੀ ਰਾਤ, ਮੈਂ ਹੈਰਾਨ ਹੈ, ਤਾਂ ਉੱਥੇ ਜਾ ਕੇ ਮਤਲਬ ਹਸਪਤਾਲ 'ਚ ਵੀ ਰਹੇ ਤੇ ਉਹ ਸਾਰਾ ਪਰਿਵਾਰ ਦੇ ਨਾਲ ਉੱਦਾਂ ਵਿਚਰਦੇ ਰਹੇ। ਮਤਲਬ ਉਸ ਪਰਿਵਾਰ ਦਾ ਜਿਹੜਾ ਲੋਕਾਂ ਨਾਲ ਵਿਚਰਨ ਦਾ ਜੋ ਹਿਸਾਬ ਕਿਤਾਬ ਲਾ ਲਓ ਜਾਂ ਜਿਵੇਂ ਹੈ ਨਾ, ਉਹਦਾ ਕੋਈ ਮੇਲ ਨਹੀਂ ਹੈਗਾ। ਆਖਰੀ ਸਵਾਲ ਹੈ, ਠੀਕ ਹੈ, ਤੁਸੀਂ ਭਰੋਸਾ ਜਤਾ ਰਹੇ ਹੋ ਕਿ ਪਾਰਟੀ ਪ੍ਰਧਾਨ ਤੁਹਾਡੀ ਵਰਕਰਾਂ ਦੀ, ਸਾਰਿਆਂ ਦੀ ਗੱਲ ਮੰਨਣਗੇ। ਆਖਰੀ ਸਵਾਲ ਮੇਰਾ ਇਹੀ ਆ ਕਿ ਜੇਕਰ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪਾਰਟੀ ਟਿਕਟ ਦੇ ਦਿੰਦੀ ਆ, ਹਲਕਾ ਘਨੌਰ ਤੋਂ ਉਮੀਦਵਾਰ ਬਣਾ ਦਿੰਦੀ ਆ, ਤਾਂ ਫਿਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੂੰ ਤੁਸੀਂ ਕੀ ਅਪੀਲ ਜਾਂ ਕੀ ਸਲਾਹ ਕਰੋਗੇ ਜਾਂਦੇ ਹੋਏ? ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤੁਸੀਂ ਕੋਈ ਗੱਲ ਆਪਣੀ ਕਹਿ ਸਕਦੇ ਹੋ ਵੀ ਇਸ ਤਰ੍ਹਾਂ ਨਾ ਕਰੋ, ਇਸ ਤਰ੍ਹਾਂ ਕਰ ਲਓ ਤੇ ਪਾਰਟੀ ਨੂੰ ਵੀ ਫਾਇਦਾ, ਉਹਨਾਂ ਨੂੰ ਵੀ ਫਾਇਦਾ ਹੋ? ਦੇਖੋ, ਜਿੱਥੇ ਪਾਰਟੀ ਦੇ ਭਲੇ ਦੀ ਗੱਲ ਆਵੇ ਉੱਥੇ ਆਪਣਾ ਮਨ ਵੀ ਸਮਝਾਉਣਾ ਚਾਹੀਦਾ, ਇਸੇ 'ਚ ਸਿਆਣਪ ਹੈ। ਤੇ ਬਾਕੀ ਪਾਰਟੀ ਕੋਲ ਹੋਰ ਬਹੁਤ ਕੁਝ ਹੁੰਦਾ, ਸਮੁੰਦਰ ਹੈ। ਜਦੋਂ ਸਰਕਾਰ ਬਣ ਜਾਂਦੀ ਆ, MLA ਤਾਂ 117 ਹੀ ਸੀਟਾਂ ਨੇ, ਇਸ ਤੋਂ ਨਾ ਵੱਧ ਸਕਦੇ ਨਾ ਘਟ ਸਕਦੇ।
ਗੱਲ ਤਾਂ ਇਹ ਆ ਵੀ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਐਮਐਲਏ, ਜੇ ਹੁਣ ਉਸ ਤੋਂ ਬਿਨਾਂ ਬਹੁਤ ਕੁਛ ਹੈ, ਉਹਨਾਂ ਦਾ ਪਰਿਵਾਰ ਦਾ ਬਹੁਤ ਸਤਿਕਾਰ ਹੈ, ਬਾਦਲ ਪਰਿਵਾਰ 'ਚ ਵੀ ਉਹਨਾਂ ਦੀ ਰਿਸ਼ਤੇਦਾਰੀ ਵੀ ਆ, ਕਿਤੇ ਨਾ ਕਿਤੇ ਹੋਰ ਵੀ, ਕਿਉਂਕਿ ਪਰਿਵਾਰ 'ਚ ਉਹ ਜੋ ਸਰਦਾਰ ਅਜੈਬ ਸਿੰਘ ਨੇ ਜਦੋਂ ਤੱਕ ਇਲੈਕਸ਼ਨ ਲੜੀ ਵਧੀਆ ਸੀ, ਬੀਬੀ ਜੀ ਨਹੀਂ ਸਾਂਭ ਸਕੇ, ਨਹੀਂ ਵਰਕਰਾਂ ਨੂੰ ਮਤਲਬ ਕਿ ਆਪਣੇ ਕੰਟਰੋਲ 'ਚ ਰੱਖ ਸਕੇ ਜਾਂ ਨਹੀਂ ਨੇੜੇ ਰੱਖ ਸਕੇ, ਦੂਰੀਆਂ ਬਣ ਗਈਆਂ, ਬਹੁਤ ਜ਼ਿਆਦਾ ਬਣ ਗਈਆਂ। ਤਾਂ ਹੁਣ ਆਪਾਂ ਇਹ ਵੀ ਦੇਖੀਏ ਨਾ ਵੀ ਆਪਾਂ ਸੀਟ ਵੀ ਜਿੱਤਣੀ ਆ, ਅਸੀਂ ਵੀ ਚਾਹੁੰਦੇ ਆ, ਸਾਰੇ ਲੋਕ ਵੀ ਚਾਹੁੰਦੇ ਨੇ ਵੀ ਇੱਥੋਂ ਕੋਈ ਜਿੱਤਣ ਵਾਲਾ ਉਮੀਦਵਾਰ ਆਵੇ। ਤਾਂ ਜਦੋਂ ਨਿਗਾਹ ਘੁੰਮਦੀ ਆ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਜਾਂਦੀ ਆ। ਸਾਨੂੰ ਪੂਰਨ ਆਸ ਹੈ, ਅਕਾਲ ਪੁਰਖ ਤੇ ਭਰੋਸਾ, ਪ੍ਰਧਾਨ ਸਾਹਿਬ ਦੀ ਸੋਚ ਤੇ ਆ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ, ਕਿ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉਮੀਦਵਾਰ ਜਲਦੀ ਐਲਾਨਣਗੇ। ਤਾਂ ਐਲਾਨ ਕੇ ਤਾਂ ਅਸੀਂ ਸੀਟ ਜਿੱਤ ਕੇ ਉਹਨੂੰ ਪਾਰਟੀ ਦੀ ਝੋਲੀ ਪਾਵਾਂਗੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੱਡੇ ਫਰਕ ਨਾਲ ਅਸੀਂ ਇੱਥੋਂ ਜਿਤਾਵਾਂਗੇ। ਕਿੰਨੇ ਕੁ ਦਿਨਾਂ ਤੱਕ ਉਮੀਦ ਆ, ਜੇ ਵੀ ਲੱਗਦਾ ਤੁਹਾਨੂੰ ਵੀ ਐਲਾਨ ਕਰ ਦੇਣਗੇ ਟਿਕਟ ਦਾ, ਕਿੰਨੇ ਕੁ ਦਿਨਾਂ ਤੱਕ ਤੁਹਾਨੂੰ ਹੈ ਉਮੀਦ? ਮੈਨੂੰ ਲੱਗਦਾ ਵੀ ਦੀਵਾਲੀ ਦੇ ਇਰਦ ਗਿਰਦ ਪਟਾਕੇ ਪੈ ਜਾਣਗੇ, ਕਿਉਂਕਿ ਇਸ ਚੀਜ਼ ਦੀ ਆਪਾਂ ਕਹਿੰਦੇ ਖੁਸ਼ੀ ਆ ਵਰਕਰਾਂ 'ਚ। ਤੇ ਮਤਲਬ ਕਿ ਤੁਸੀਂ ਆਪ ਦੇਖੋਗੇ ਵੀ ਕਿੰਨੇ ਕਾਂਗਰਸ ਦੇ, ਕਿੰਨੇ ਆਮ ਆਦਮੀ ਦੇ, ਜਿੱਦਣ ਐਲਾਨ ਹੋ ਜਾਂਦਾ ਹਰੇਕ ਬੰਦਾ ਇਹ ਕਹਿ ਰਿਹਾ ਵੀ ਤੁਸੀਂ ਐਲਾਨ ਕਰਾਓ। ਜਿੱਦਣ ਐਲਾਨ ਹੋ ਜਾਂਦਾ ਅਕਾਲੀ ਦਲ ਦੇ ਤਾਂ ਖੁਸ਼ੀ ਹੈ ਹੀ ਆ, ਕਾਂਗਰਸ ਵਾਲਿਆਂ ਨੂੰ ਉਸ ਤੋਂ ਵੱਧ ਖੁਸ਼ੀ ਆ, ਵੱਡੇ ਵੱਡੇ ਕਾਂਗਰਸੀ ਸਾਡੇ 'ਚ ਸ਼ਾਮਲ ਹੋਣਗੇ। ਸ਼ੁਕਰੀਆ ਬਹੁਤ ਬਹੁਤ, ਧੰਨਵਾਦ। ਸੋ ਪਟਾਕੇ ਪੈਣਗੇ ਕਹਿੰਦੇ ਦੀਵਾਲੀ ਦੇ ਨੇੜੇ ਤੇੜੇ ਜੇ ਆ ਕੇ, ਯਾਨੀ ਕਿ ਹੁਣ ਤੋਂ 1-2 ਦਿਨ ਦੇ ਵਿੱਚ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਟਕਦੀ ਆ ਰਹੀ ਹਲਕਾ ਘਨੌਰ ਦੀ ਸੀਟ ਦੇ ਉਮੀਦਵਾਰ ਦਾ ਨਾਂ ਹੈ ਜਿਹੜਾ ਉਹ ਕਲੀਅਰ ਕਰ ਦੇਣਗੇ। ਤੇ ਜਿਸ ਤਰੀਕੇ ਦੇ ਨਾਲ ਭੁਪਿੰਦਰ ਸਿੰਘ ਸ਼ੇਖੂਪੁਰ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹੀ ਹਲਕਾ ਘਨੌਰ ਤੋਂ ਆਪਣਾ ਉਮੀਦਵਾਰ ਬਣਾਉਣਗੇ। ਤੇ ਇਹਨਾਂ ਦਾ ਦਾਅਵਾ ਹੈ ਕਿ ਇਸ ਵਾਰ ਜੇਕਰ ਹੁਣ ਪ੍ਰੋਫੈਸਰ ਸਾਹਿਬ ਚੋਣ ਲੜਦੇ ਨੇ ਤਾਂ ਇਹ ਹਲਕਾ ਜ਼ਰੂਰ ਅਕਾਲੀ ਦਲ ਦੀ ਝੋਲੀ ਦੇ ਵਿੱਚ ਜਿੱਤ ਦੇ ਰੂਪ ਦੇ ਵਿੱਚ ਪੈ ਜਾਏਗਾ। ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਰਹੇ ਬੀਬੀ ਮੁਖਮੈਲਪੁਰ ਕੌਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਵੇਲੇ ਆਪਣਾ ਨਿੱਜੀ ਫਾਇਦਾ ਨਾ ਸੋਚਿਆ ਜਾਏ, ਪਾਰਟੀ ਦੇ ਫਾਇਦੇ ਬਾਰੇ, ਪਾਰਟੀ ਕਿਸ ਤਰ੍ਹਾਂ ਦੇ ਨਾਲ ਗੇਨ ਕਰ ਸਕਦੀ ਹੈ ਉਸ ਬਾਰੇ ਸੋਚਿਆ ਜਾਏ। ਸੋ ਇਹ ਭੁਪਿੰਦਰ ਸਿੰਘ ਸ਼ੇਖੂਪੁਰ ਦਾ ਦਾਅਵਾ ਹੈ। ਤੇ ਫਿਲਹਾਲ ਦੇ ਲਈ ਸਿਰਫ ਇੰਨਾ ਹੀ। ਹੁਣ ਮੈਨੂੰ ਇਜਾਜ਼ਤ ਦਿਓ। ਕੈਮਰਾ ਪਰਸਨ ਸ਼ਿਵਮ ਦੇ ਨਾਲ ਰੌਵਰਿੰਦਰ ਸਿੰਘ, ਪਟਿਆਲਾ ਔਨ 에ਅਰ।